ਇੱਕ ਤੇ ਜਿਹੜੇ ਤਿੰਨੋਂ ਇਸ਼ਤਿਹਾਰੀ ਸੀਗੇ ਇਹ ਹੈ ਨੇ 302 ਦੇ ਯਾਨੀ ਕਤਲ ਦੇ। ਉਹ ਮੁਖਤਲਿਫ ਔਕਾਤ ਦੇ ਇਹਦੇ ਵਿੱਚ ਜਿਹੜੇ ਦੋ ਸਫੇ ਭਾਈ ਨੇ ਇਹਨਾਂ ਨੇ 2020 ਦੇ ਵਿੱਚ ਇੱਕ ਡਬਲ ਮਰਡਰ ਹੋਇਆ ਸੀ, ਉਹਦੇ ਵਿੱਚ ਸਾਨੂੰ ਵਾਂਟਡ ਸੀਗੇ। ਦੋ ਜਿਹੜੇ ਸਖੇ ਭਾਈ ਨੇ ਇਹ ਇਸਲਾਮਾਬਾਦ ਕੰਮ ਕਰਦਾ ਪਿਆ ਸੀਗਾ ਔਰ ਦੂਸਰਾ ਜਿਹੜਾ ਉਹ ਵੀ ਇਲਾਕਾ ਗੈਰ ਦੇ ਵਿੱਚ ਹੀ ਸੀਗੀ। ਉਹਨਾਂ ਨੂੰ ਅਸੀਂ ਅਲਹਮਦੁਲਿਲਾ ਪਕੜਨੇ ਦੇ ਵਿੱਚ ਕਾਮਯਾਬ ਹੋ ਗਏ। ਫੈਸਲਾਬਾਦ ਖਤਰਨਾਕ ਇਸ਼ਤਿਹਾਰੀ गिरफ्तार। मैं आ मौजम जट ते तुसी वेख रहे हो जुर्म कहानी। फैसलाबाद ਦੇ ਵਿੱਚ ਖਤਰਨਾਕ ਇਸ਼ਤਿਹਾਰੀ ਜਿਹੜੇ ਫੜੇ ਨਹੀਂ ਸੀ ਜਾਂਦੇ ਔਰ ਥਾਣਾ ਸਦਰ ਦੇ SHO ਮੁਹੰਮਦ ਅਲੀ ਨੇ ਵੱਡੀ ਕਾਰਵਾਈ ਕੀਤੀ, ਜਿਨ੍ਹਾਂ ਦੇ ਵਿੱਚ 3 ਇਸ਼ਤਿਹਾਰੀ ਫੜੇ ਆ। ਕਿਸ ਤਰ੍ਹਾਂ ਫੜੇ ਆ ਔਰ ਇਹਨਾਂ ਦੇ ਕੀ ਪਰਚੇ ਸੀ, ਕਿੰਨੇ ਕੁ ਖਤਰਨਾਕ ਸੀ, ਕੀ ਕਰਦੇ ਸੀ। ਜੀ ਮੁਹੰਮਦ ਭਾਈ, ਮੈਨੂੰ ਜ਼ਰਾ ਇਹ ਦੱਸਿਓ ਕਿ ਜਿਹੜੇ ਤੁਸੀਂ ਇਹ 3 ਇਸ਼ਤਿਹਾਰੀ ਫੜ ਲਏ ਆ, ਇਹਨਾਂ ਦੇ ਕਿਹੜੇ ਕਿਹੜੇ ਪਰਚੇ ਸੀ ਔਰ ਇਹਨਾਂ ਦੇ ਵਿੱਚ ਇਹਨਾਂ ਨੇ ਕਿਹੜੇ ਕਿਹੜੇ ਆਪਣੇ ਜੁਰਮ ਕੀਤੇ ਹੋਏ ਸੀਗੇ। ਹਾਂਜੀ, ਅਸਲਾਮ ਵਾਲੇਕੁਮ। ਇਹ ਇੱਕ ਤੇ ਜਿਹੜੇ ਤਿੰਨੋਂ ਇਸ਼ਤਿਹਾਰੀ ਸੀਗੇ ਇਹ ਹੈ ਨੇ 302 ਦੇ ਯਾਨੀ ਕਤਲ ਦੇ। ਠੀਕ ਹੈ। ਉਹ ਮੁਖਤਲਿਫ ਔਕਾਤ ਦੇ ਇਹਦੇ ਵਿੱਚ ਜਿਹੜੇ ਦੋ ਸਖੇ ਭਾਈ ਨੇ ਇਹਨਾਂ ਨੇ 2020 ਦੇ ਵਿੱਚ ਇੱਕ ਡਬਲ ਮਰਡਰ ਹੋਇਆ ਸੀ, ਉਹਦੇ ਵਿੱਚ ਸਾਨੂੰ ਵਾਂਟਡ ਸੀਗੇ। ਔਰ ਜਿਵੇਂ ਹੀ ਅਸੀਂ ਇੱਥੇ ਆ ਕੇ SHO ਲੱਗੇ ਹਾਂ, RPO ਸਾਹਿਬ ਔਰ CPO ਸਾਹਿਬ ਦੀ ਹਦਾਇਤ ਦੀ ਰੋਸ਼ਨੀ 'ਚ SP ਸਾਹਿਬ ਇਕਬਾਲ ਟਾਊਨ ਦੀ ਖਸੂਸੀ ਜਿਹੜੀ ਡਾਇਰੈਕਸ਼ਨਸ ਦੇ ਅਸੀਂ ਪੁਰਾਣੇ ਇਸ਼ਤਿਹਾਰੀਆਂ ਦੇ ਵਰਕ ਕਰਨਾ ਸ਼ੁਰੂ ਕਰਤਾ। ਇਹਨਾਂ ਦੀਆਂ ਮਿਸਲਾਂ ਕਢਾਈਆਂ ਨੇ ਔਰ ਮਿਸਲਾਂ ਦੇ ਵਿੱਚ ਇਹਨਾਂ ਦੇ ਤਰਫੋਂ ਇਹਨਾਂ ਨੇ ਕਦੀ ਨਾ ਕਦੀ ਬੇਲ ਕਰਵਾਈ ਹੋ ਸੀ ਔਰ ਉਹ ਵੇਖਿਆ ਕਿਹੜੀ ਕੋਰਟ ਦੇ ਵਿੱਚ ਬੇਲ ਲੱਗੀ ਆ, ਉਹਦੇ ਵਿੱਚ ਮੁਚਲਕਾ ਵਗੈਰਾ ਕਿਹਨੇ ਦਿੱਤਾ ਸੀਗਾ। ਜਦੋਂ ਅਸੀਂ ਉਹਨੂੰ ਟੇਕ ਅਪ ਕਰਕੇ ਚੱਲੇ ਹਾਂ, ਸਾਨੂੰ ਕੋਈ ਨਾ ਕੋਈ ਨੰਬਰ ਮਿਲ ਗਿਆ ਔਰ ਉਹਦੇ 'ਤੇ ਜਦੋਂ ਅਸੀਂ ਇਹ ਟੈਕਨੀਕਲੀ ਥੋੜ੍ਹਾ ਜਿਹਾ ਵਰਕ ਕੀਤਾ ਹੈ ਔਰ ਉਸ ਤੋਂ ਬਾਅਦ ਹਿਊਮਨ ਰਿਸੋਰਸਿਸ ਔਰ ਹਿਊਮਨ ਇੰਟੈਲੀਜੈਂਸ ਨੂੰ ਲੈ ਕੇ ਚੱਲੇ ਤਾਂ ਅਲਹਮਦੁਲਿਲਾ ਇਹ ਦੋ ਜਿਹੜੇ ਸਖੇ ਭਾਈ ਨੇ ਇਹ ਇਸਲਾਮਾਬਾਦ ਕੰਮ ਕਰਦਾ ਪਿਆ ਸੀਗਾ ਔਰ ਦੂਸਰਾ ਜਿਹੜਾ ਉਹ ਵੀ ਇਲਾਕਾ ਗੈਰ ਦੇ ਵਿੱਚ ਹੀ ਸੀਗੀ। ਉਹਨਾਂ ਨੂੰ ਅਸੀਂ ਅਲਹਮਦੁਲਿਲਾ ਪਕੜਨੇ ਦੇ ਵਿੱਚ ਕਾਮਯਾਬ ਹੋ ਗਏ, ਜਿਹੜੇ 2020 ਦੇ ਵਿੱਚ ਡਬਲ ਮਰਡਰ ਹੋਇਆ ਸੀ। ਠੀਕ। ਜਿਹੜਾ ਤੀਸਰਾ ਇਸ਼ਤਿਹਾਰੀ ਹੈ ਇਹ 2023 ਦਾ ਮਾਮਲਾ ਸੀਗਾ। ਇਹਦੇ ਵਿੱਚ ਜਿਹੜੀ ਆ ਉਹ ਫੈਮਿਲੀ ਤੁਸੀਂ ਕਹਿ ਲਓ ਕਿ ਪੁਰਾਣੀ ਦੁਸ਼ਮਣੀ ਦਾ ਸ਼ਾਖਸਾਨਾ ਹੈ, ਯਾਨੀ ਇਹਨਾਂ ਦੇ ਅਬਾਓ ਅਜਦਾਦ ਇੱਕ ਦੂਸਰੇ ਨੂੰ ਮਰਡਰ ਕਰਦੇ ਆ ਰਹੇ ਨੇ। ਉਹਨੇ ਉਹਦਾ ਮਾਰਤਾ, ਉਹਨੇ ਉਹਦਾ ਮਾਰਤਾ। ਔਰ ਰੀਸੈਂਟਲੀ ਤਕਰੀਬਨ ਕੋਈ ਅਰਸਾ ਤਕਰੀਬਨ 1 ਸਾਲ ਕਬਲ ਜਦੋਂ ਦੋਨੇ ਹੀ ਫਰੀਕੈਨ ਕੋਰਟ ਦੇ ਵਿੱਚ ਪੇਸ਼ੀ ਦੇ ਗਏ ਨੇ, ਉੱਥੇ ਵੀ ਇਹਨਾਂ ਦੀ ਮਾਮੂਲੀ ਤਲਕ ਕਲਾਮੀ ਹੋਈ। ਜਿਹੜੇ ਬਾਅਦ ਅਸਾਂ ਮੈਡੀਕਲ ਲੈਣ ਸਿਵਲ ਹਸਪੀਟਲ ਗਏ ਅਤੇ ਉੱਥੇ ਵੀ ਇਹਨਾਂ ਦੇ ਦਰਮਿਆਨ ਜਿਹੜਾ ਵਾ ਉਹ ਫਾਇਰਿੰਗ ਦਾ ਤਬਾਦਲਾ ਹੋਇਆ ਔਰ ਉੱਥੇ ਵੀ ਇਹਨਾਂ ਫਰੀਕਿਆਂ ਦੇ ਮਰਡਰ ਹੋਏ ਨੇ। ਅੱਛਾ, ਮੈਨੂੰ ਇਹ ਜ਼ਰਾ ਦੱਸਿਓ, ਜਿਹੜੇ ਦੋ ਭਾਈ ਸੀ, ਜਿਹੜਾ ਤੁਸੀਂ ਜਿਸ ਤਰ੍ਹਾਂ ਪਹਿਲੇ ਦੋ ਇਸ਼ਤਿਹਾਰ ਦੱਸ ਰਹੇ ਸੀ, ਇਹਨਾਂ ਤੇ ਕਿੰਨੇ ਕੁ ਪਰਚੇ ਸੀ ਔਰ ਇਹਨਾਂ ਨੇ ਕਿੰਨੇ ਬੰਦੇ ਮਾਰੇ ਹੋਏ ਸੀ? ਇਹ ਕਿਉਂਕਿ ਡਬਲ ਮਰਡਰ ਦਾ ਮਾਮਲਾ ਹੈ, ਇਹ ਉਹੀ ਮੁਕੱਦਮੇ ਦੇ ਵਿੱਚ ਇਸ਼ਤਿਹਾਰੀ ਸੀਗੇ। ਇੱਕ ਭਾਈ ਤੇ 2 ਮੁਕੱਦਮੇ ਨੇ, ਦੂਸਰਾ ਭਾਈ ਇਸੇ ਮੁਕੱਦਮੇ ਦਾ ਇਸ਼ਤਿਹਾਰੀ ਹੈ। ਉਹ ਲੇਕਿਨ ਉੱਥੇ ਜਾ ਕੇ ਆਪਣਾ ਗੈਟਅਪ ਚੇਂਜ ਕਰਕੇ, ਹੁਲੀਆ ਚੇਂਜ ਕਰਕੇ, ਨਾਮ ਚੇਂਜ ਕਰਕੇ ਔਰ ਰਹਿ ਸੁਸਾਇਟੀ ਦੇ ਵਿੱਚ ਰਿਹਾ ਸੀ। ਲੇਕਿਨ ਉਹ ਜਿਹੜਾ ਸਾਨੂੰ ਵਾਂਟਡ ਆ ਕੋਈ ਇਸ਼ਫਾਕ ਨਾਮੀ, ਇਸ਼ਤਿਆਕ ਨਾਮੀ, ਉੱਥੇ ਜਾ ਕੇ ਮੁਜ਼ੱਫਰ, ਅਕਬਰ, ਅਸਗਰ ਬਣਿਆ ਹੋਇਆ ਸੀ। ਮਤਲਬ ਪੂਰਾ ਪਲੈਨਿੰਗ ਇਹਨਾਂ ਦੀ ਹੁੰਦੀ, ਜਿਹੜੇ ਇਸ਼ਤਿਹਾਰੀ ਬਣ ਜਾਂਦੇ ਆਪਣਾ ਨਾਮ ਵਗੈਰਾ ਚੇਂਜ ਕਰਕੇ ਜਾ ਕੇ ਦੂਸਰੇ ਸ਼ਹਿਰ 'ਚ ਰਹਿਣ ਲੱਗ ਪੈਂਦੇ। ਫਿਰ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਦਾ ਕਿ ਇਹ ਬੰਦਾ ਉਹੀ ਹੈ, ਇਹ ਉਹੀ ਮੁਲਜ਼ਮ ਆ ਜਿਹੜਾ ਸਾਨੂੰ ਮਤਲੂਬ ਆ? ਹਾਂਜੀ, ਮੈਂ ਜਿਵੇਂ ਪਹਿਲੇ ਅਰਜ਼ ਕੀਤੀ ਕਿ ਇਹਨਾਂ ਨੇ ਕਬਲ ਅਸੀਂ ਜਿਹੜਾ ਵਾ ਉਹ ਅਗਰ ਕਿਸੇ ਮੁਕੱਦਮੇ ਦੇ ਵਿੱਚ ਕੋਈ ਬੇਲ ਕਰਵਾਈ ਹੈ, ਅਗਰ ਕਿਸੇ ਮੁਕੱਦਮੇ ਦੇ ਵਿੱਚ ਇਹ ਬਤੌਰ ਵਿਟਨੈਸ ਪੇਸ਼ ਹੋਏ ਨੇ, ਤਾਂ ਕਿਸੇ ਨਾ ਕਿਸੇ ਜਗ੍ਹਾ 'ਤੇ ਕੋਈ ਨਾ ਕੋਈ ਖੁਰਾ ਐਸਾ ਛੱਡ ਜਾਂਦੇ ਨੇ ਜਿਹਨੂੰ ਲੈ ਕੇ ਜਾਂ ਜਿਸ ਲੀਡ ਨੂੰ ਅਸੀਂ ਲੈ ਕੇ ਚੱਲਦੇ ਹਾਂ ਔਰ ਅਲਹਮਦੁਲਿਲਾ ਉਹਦੇ ਵਿੱਚ ਨੇਕ ਨੀਤੀ ਉਹ ਸ਼ਾਮਲ ਹੁੰਦੀ, ਅੱਲਾਹ ਪਾਕ ਕਰਮ ਕਰਦਾ ਹੈ। ਬਹੁਤ ਸ਼ੁਕਰੀਆ। ਲੋ ਤੁਸੀਂ ਵੇਖਿਆ ਕਿ ਫੈਸਲਾਬਾਦ ਥਾਣਾ ਸਦਰ ਦਾ ਜਿਹੜਾ ਇਲਾਕਾ ਵਾ ਨਾ, ਇਹਦੇ ਵਿੱਚ 3 ਖਤਰਨਾਕ ਇਸ਼ਤਿਹਾਰੀ ਸੀਗੇ ਜਿਨ੍ਹਾਂ ਨੇ ਮਰਡਰ ਕੀਤੇ ਹੋਏ ਸੀ, ਉਹ ਫੜੇ ਗਿਆ ਔਰ ਇਹ ਬੜੀ ਚੰਗੀ ਕਾਰਵਾਈ ਆ। ਅਗਰ ਇਸ ਤਰ੍ਹਾਂ ਮੁਲਜ਼ਮ ਫੜੇ ਜਾਣ, ਇਹਨਾਂ ਨੂੰ ਸਜ਼ਾਵਾਂ ਹੋਣ ਨਾ, ਫਿਰ ਜਿਹੜਾ ਜਰਾਇਮ ਹੈ ਉਹ ਬਹੁਤ ਜ਼ਿਆਦਾ ਘਟ ਜਾਏਗਾ। ਅਗਰ ਇਸ ਤਰ੍ਹਾਂ ਹੀ ਘਟਦਾ ਰਹੇਗਾ ਤਾਂ ਫਿਰ ਫੈਸਲਾਬਾਦ ਦੇ ਸ਼ਹਿਰੀ ਬਿਲਕੁਲ ਆਪਣੇ ਆਪ ਨੂੰ ਮਹਿਫੂਜ਼ ਸਮਝਣਗੇ, ਮਹਿਫੂਜ਼ ਆਪਣੀ ਜ਼ਿੰਦਗੀ ਗੁਜ਼ਾਰਨ।